ਹੋਰ ਹੀ ਕੁਛ ਉਹ ਸਿਰੇ ਤੇਰੇ ਭਗਤੀ ਚ ਲੀਨ ਹੁੰਦੇ ਆ ਰੱਬ ਦਾ ਨਾਂ ਲਓ ਹਾਂ ਸਿਰੇ ਆਪਣੇ ਵਰਗੇ ਚੁਗਲੀਆਂ ਕਰਨ ਲੱਗ ਜਾਂਦੇ ਆ ਮੇਰੇ ਕੋਲ ਪਹਿਲੀ ਖਬਰ ਦੇ ਟੈਕਸਟ ਹੈਗੇ ਸਤਿ ਸ਼੍ਰੀ ਅਕਾਲ ਫਾਸਟਵੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ ਰੇਲਾਂ ਦੀ ਆਵਾਜਾਈ ਬਹਾਲ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਿਆ ਸਮਾਂ ਸੰਕਟ ਨੂੰ ਸੁਲਝਾਉਣ ਦੇ ਲਈ ਫਰਾਖਦਿਲੀ ਤੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ ਬਠਿੰਡਾ ਸਿਵਲ ਹਸਪਤਾਲ 'ਚ 11 ਸਾਲਾ ਬੱਚੇ ਨੂੰ HIV ਪੋਜ਼ਿਟਿਵ ਖੂਨ ਚੜਾਉਣ ਦਾ ਮਾਮਲਾ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਵੱਲੋਂ ਸਖਤ ਕਾਰਵਾਈ 26 ਨਵੰਬਰ ਤੱਕ ਡਾਇਰੈਕਟਰ ਨੂੰ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼ ਕੰਨਾਂ ਵਿੱਚ ਹੈੱਡਫੋਨ ਲਗਾਉਣਾ ਪਿਆ ਮਹਿੰਗਾ ਰੇਲ ਇੰਜਣ ਦੀ ਚਪੇਟ ਵਿੱਚ ਆਉਣ ਕਰਕੇ ਨੌਜਵਾਨ ਦੀ ਹੋਈ ਮੌਤ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਗਿਆ ਸੀ ਕੁਲਵਿੰਦਰ ਫਤਿਹਗੜ੍ਹ ਦੇ ਪਿੰਡ ਬ੍ਰਾਹਮਣ ਮਾਜਰਾ ਦੇ ਵਿੱਚ ਵਾਪਰਿਆ ਹਾਦਸਾ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀ ਸੰਧਿਆ ਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਜਾਵੇਗਾ ਪਾਕਿਸਤਾਨ ਨਵੰਬਰ 27 ਤੋਂ 1 ਦਸੰਬਰ ਤੱਕ ਕਰੇਗਾ ਨਨਕਾਣਾ ਸਾਹਿਬ ਦੀ ਯਾਤਰਾ ਤੇ ਬੁਲੇਟਿਨ ਦਾ ਆਗਾਜ਼ ਕਰਦੀ ਹਾਂ ਪੰਜਾਬ ਦੇ ਵਿੱਚ ਰੇਲਾਂ ਦੀ ਆਵਾਜਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਦੱਸਦੀਏ ਕਿ ਜਲਦ PM ਮੋਦੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਕਰ ਸਕਦੇ ਨੇ ਮੁੱਖ ਮੰਤਰੀ ਦੇ ਵੱਲੋਂ ਬਕਾਇਦਾ PM ਦੇ ਕੋਲੋਂ ਬੈਠਕ ਦੇ ਲਈ ਸਮਾਂ ਮੰਗਿਆ ਗਿਆ ਦੱਸਦੀਏ ਕੇਂਦਰ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਰੇਲ ਸੰਕਟ ਜਲਦ ਤੋਂ ਜਲਦ ਸੁਲਝਾਇਆ ਜਾਵੇ ਕਿਉਂਕਿ ਇਸ ਵਕਤ ਪੰਜਾਬ ਬੇਹੱਦ ਮੁਸ਼ਕਿਲ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ ਕੂੜੇ ਦੀ ਜਿਹੜੀ ਆਮਦ ਹੈ ਉਹ ਬਿਲਕੁਲ ਬੰਦ ਹੋ ਚੁੱਕੀ ਹੈ ਤੇ ਬਿਜਲੀ ਸੰਕਟ ਇਸ ਨੂੰ ਲੈ ਕੇ ਦੇਖਣ ਨੂੰ ਮਿਲ ਸਕਦਾ ਹੈ ਤੇ ਉੱਥੇ ਜੇ ਗੱਲ ਕਰੀਏ ਦੂਜੇ ਪਾਸੇ ਤਾਂ ਖਾਦ ਜਿਹੜੀ ਹੈ ਉਹ ਵੀ ਕਿਸਾਨਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਇਸ ਦੇ ਨਾਲ ਆ ਰਹੀਆਂ ਨੇ ਤਾਂ ਰੇਲ ਸੰਕਟ ਨੂੰ ਸੁਲਝਾਉਣ ਦੇ ਲਈ ਸੂਬਾ ਸਰਕਾਰ ਦਾ ਸਾਥ ਦੇਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਹੈ ਕੇਂਦਰ ਤੋਂ ਅਤੇ ਬਕਾਇਦਾ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਦੇ ਲਈ ਸਮਾਂ ਮੰਗਿਆ ਗਿਆ ਦੱਸਦੀਏ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਜਿਹੜੀ ਜਲਦ ਹੋ ਸਕਦੀ ਹੈ ਇਸ ਬਾਬਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਮਾਂ ਮੰਗਿਆ ਗਿਆ ਤਾਂ ਜੋ ਗੱਲਬਾਤ ਦੇ ਰਾਹੀਂ ਇਸ ਦਾ ਹੱਲ ਕੱਢਿਆ ਜਾ ਸਕੇ ਸੋ ਦੱਸਦੀਏ ਇਸ ਸੰਕਟ ਨੂੰ ਸੁਲਝਾਉਣ ਦੇ ਲਈ ਅਤੇ ਫਰਾਖਦਿਲੀ ਤੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਉਹਨਾਂ ਅਪੀਲ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾਈ ਅਤੇ ਕੇਂਦਰ ਸਰਕਾਰਾਂ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਰੇਲ ਸੇਵਾਵਾਂ ਦੀ ਮੁਅੱਤਲੀ ਨਾਲ ਪੈਦਾ ਹੋਏ ਮੌਜੂਦਾ ਸੰਕਟ ਨੂੰ ਸੁਲਝਾਉਣ ਲਈ ਉਸਾਰੂ ਮਾਹੌਲ ਮੁਹੱਈਆ ਕਰਵਾਇਆ ਜਾਵੇ ਅਤੇ ਇਸ ਸੰਦਰਭ ਦੇ ਵਿੱਚ ਮੁੱਖ ਮੰਤਰੀ ਛੇਤੀ ਹੀ ਚੰਡੀਗੜ੍ਹ ਦੇ ਵਿੱਚ ਕਿਸਾਨ ਯੂਨੀਅਨ ਦੇ ਨਾਲ ਮੀਟਿੰਗ ਕਰਨ ਦੇ ਨਾਲ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਤੇ ਅਗਲੀ ਖਬਰ ਦੇ ਵੱਲ ਰੁਕ ਕਰਦੇ ਆ ਬਠਿੰਡਾ ਤੋਂ ਖਬਰ ਜਿੱਥੇ ਕਿ ਲਗਾਤਾਰ ਸਰਕਾਰੀ ਬਲੱਡ ਬੈਂਕ ਦੇ ਉੱਤੇ ਸਵਾਲ ਉੱਠ ਰਹੇ ਸਨ ਕਿਉਂਕਿ HIV ਪੋਜ਼ਿਟਿਵ ਮਰੀਜ਼ ਦਾ ਖੂਨ ਇੱਥੇ ਚੜਾਇਆ ਜਾ ਰਿਹਾ ਸੀ ਥੈਲੇਸੀਮੀਆ ਪੇਸ਼ੈਂਟ ਬੱਚਿਆਂ ਦੇ ਵਿੱਚ ਜਿਹੜੇ 3-4 ਮਾਮਲੇ ਸਾਹਮਣੇ ਆਏ ਨੇ ਇਸ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ 11 ਸਾਲਾ ਥੈਲੇਸੀਮੀਆ ਪੀੜਤ ਬੱਚੇ ਦੇ HIV ਪੀੜਤ ਵਿਅਕਤੀ ਦਾ ਖੂਨ ਚੜਾਉਣ ਦੇ ਮਾਮਲੇ 'ਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਨਿੱਜੀ ਤੌਰ ਤੇ ਉੱਤੇ 26 ਨਵੰਬਰ 2020 ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਅਤੇ ਇਸ ਤੇ ਪਹਿਲਾਂ ਇਸ ਤੋਂ ਦੱਸ ਸੀ ਕਿ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਵੱਲੋਂ ਕਿਹਾ ਗਿਆ ਸੀ ਕਿ ਬਲੱਡ ਸੈਂਪਲ ਚੈੱਕ ਕਰਨ ਵਾਲੀ ਮਸ਼ੀਨ ਖਰਾਬ ਸੀ ਅਤੇ ਹੁਣ ਇਹ ਠੀਕ ਹੋ ਗਈ ਹੈ
ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਵਿੱਚ ਥੈਲੇਸੀਮੀਆ ਪੀੜਤ ਬੱਚਿਆਂ ਨਾਲ ਕਿੰਨਾ ਵੱਡਾ ਖਿਲਵਾੜ ਹੋਇਆ। ਉਹਨਾਂ ਦੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ। ਜਿਹੜੇ ਪਹਿਲਾਂ ਹੀ ਥੈਲੇਸੀਮੀਆ ਤੋਂ ਪੀੜਤ ਆ ਉਹਨਾਂ ਨੂੰ HIV ਪੋਜ਼ਿਟਿਵ ਜਿਹੜਾ ਖੂਨ ਚੜਾ ਦਿੱਤਾ ਗਿਆ। HIV ਜਿਹੜਾ ਪੋਜ਼ਿਟਿਵ ਡੋਨਰ ਜਿਹੜਾ ਖੂਨ ਡੋਨੇਟ ਕਰਕੇ ਗਿਆ ਤਾਂ ਉਹਦਾ ਖੂਨ ਚੜਾਉਣ ਤੋਂ ਬਾਅਦ ਕਿੰਨੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਤਾਂ ਹੁਣ ਕਿਤੇ ਨਾ ਕਿਤੇ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਦਾਅਵੇ ਸਰਕਾਰਾਂ ਕਰਦੀਆਂ ਜ਼ਰੂਰ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਆਖਰਕਾਰ ਜਿਹੜੇ ਟੈਸਟ ਕੀਤੇ ਜਾਂਦੇ ਆ ਜਾਂ ਜਿਹੜਾ ਵੀ ਬਲੱਡ ਡੋਨੇਟ ਕਰਨ ਵਾਸਤੇ ਡੋਨਰ ਪਹੁੰਚਦਾ ਉਹਦੀ ਜਾਂਚ ਪੂਰੀ ਤੌਰ ਤੇ ਕਿਉਂ ਨਹੀਂ ਕੀਤੀ ਜਾਂਦੀ। ਹੁਣ ਦੀ ਗੱਲ ਕਰੀਏ ਤਾਂ ਇਸ ਵਕਤ ਬਠਿੰਡਾ ਦੇ ਵਿੱਚ ਜਿਹੜੇ ਹੈਗੇ ਆ ਮਈ ਮਹੀਨੇ ਦੇ ਵਿੱਚ ਇੱਕ ਔਰਤ ਨੂੰ ਜਿਹੜਾ ਖੂਨ ਚੜਾਇਆ ਗਿਆ ਸੀਗਾ ਜਿਹੜੀ HIV ਪੋਜ਼ਿਟਿਵ ਸੀ। ਉਸ ਤੋਂ ਬਾਅਦ ਇੱਕ 7 ਸਾਲ ਦੀ ਬੱਚੀ, ਉਸ ਤੋਂ ਬਾਅਦ 11 ਸਾਲ ਦਾ ਬੱਚਾ ਤੇ ਹੁਣ ਉਸ ਤੋਂ ਬਾਅਦ ਫਿਰ ਇੱਕ 13 ਸਾਲ ਦਾ ਬੱਚਾ, ਉਹਨੂੰ ਵੀ ਜਿਹੜਾ HIV ਪੋਜ਼ਿਟਿਵ ਜਿਹੜਾ ਖੂਨ ਚੜ ਚੁੱਕਿਆ ਸੀ। ਯਾਨੀ ਕਿ ਉਹਦੀ ਰਿਪੋਰਟ 13 ਸਾਲ ਦੇ ਬੱਚੇ ਦੀ ਪਹਿਲਾਂ ਹੀ HIV ਪੋਜ਼ਿਟਿਵ ਜਿਹੜੀ ਹੈ ਖੂਨ ਚੜਾਉਣ ਤੋਂ ਪਹਿਲਾਂ ਪਾਈ ਗਈ ਹੈ। ਯਾਨੀ ਕਿ ਉਹਨੂੰ ਵੀ ਕਿਤੇ ਨਾ ਕਿਤੇ HIV ਪੋਜ਼ਿਟਿਵ ਦਾ ਜਿਹੜਾ ਖੂਨ ਹੈ ਚੜਾਇਆ ਗਿਆ ਸੀ। ਪਰ ਇੱਕ ਵੱਡੀ ਇਹਦੇ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਵੀ ਜਾਂਚ ਇੱਥੇ ਰਿਪੋਰਟ ਜਿਹੜੀ ਬਣੀ ਹੋਈ ਹੈ, ਜਾਂਚ ਕਮੇਟੀ SMO ਦੇ ਅੰਡਰ ਜਿਹੜੀ ਕਮੇਟੀ ਬਣਾਈ ਗਈ ਹੈ, ਉਹ ਜਾਂਚ ਰਿਪੋਰਟ ਦੇ ਵਿੱਚ ਜਿਹੜਾ ਖੁਲਾਸਾ ਹੋਇਆ ਕਿ 6 ਮਹੀਨੇ ਦੇ ਕਰੀਬ ਦੱਸਿਆ ਗਿਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀ ਹੈ ਬਲੱਡ ਜਾਂਚਣ ਵਾਲੀ ਮਸ਼ੀਨ ਜਿਹੜੀ ਜਿਹਨੂੰ ਐਲਾਈਜ਼ਾ ਮਸ਼ੀਨ ਕਹਿੰਦੇ ਆ, HIV ਡੋਨਰ ਜਿਹੜੇ ਹੈਗੇ ਆ ਉਹ ਤੋਂ ਖੂਨ ਲਿੱਤਾ ਜਾਂਦਾ ਤਾਂ ਉਹ ਜਿਹੜੀ ਐਲਾਈਜ਼ਾ ਮਸ਼ੀਨ ਹੈ ਉਹ ਦੱਸਿਆ ਗਿਆ ਕਿ ਉਹ ਪਿਛਲੇ ਸਮੇਂ ਦੌਰਾਨ ਖਰਾਬ ਰਹੀ ਹੈ। ਬਠਿੰਡਾ ਦੇ ਜਿਹੜੇ SMO ਨੇ ਮਨਿੰਦਰਜੀਤ ਸਿੰਘ, ਉਹਨਾਂ ਨੇ ਗੱਲ ਸਾਫ਼ ਕੀਤੀ ਹੈ ਕਿ ਜਿਹੜਾ ਇਹ ਬਲੱਡ ਡੋਨੇਟ ਕੀਤਾ ਜਾਂਦਾ ਜਾਂ ਜਿਹੜੀ ਇੱਥੇ ਐਲਾਈਜ਼ਾ ਮਸ਼ੀਨ ਸੀ ਉਹ ਪਿਛਲੇ ਸਮੇਂ ਦੇ ਦੌਰਾਨ ਖਰਾਬ ਜ਼ਰੂਰ ਸੀ, ਪਰ ਫਿਲਹਾਲ ਉਹ ਮਸ਼ੀਨ ਜਿਹੜੀ ਹੈ ਚੱਲ ਰਹੀ ਹੈ। ਯਾਨੀ ਕਿ ਜਦੋਂ ਉਹ ਮਸ਼ੀਨ ਖਰਾਬ ਸੀ ਤਾਂ ਬਲੱਡ ਡੋਨੇਟ ਕਰਨ ਵਾਲੇ ਜਾਂ ਬਲੱਡ ਡੋਨਰਸ ਜਿਨ੍ਹਾਂ ਨੂੰ ਬਲੱਡ ਡੋਨੇਟ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਖੂਨ ਜਿਹੜਾ ਚੜਾ ਦਿੱਤਾ ਗਿਆ, ਜਾਂਚ ਨਹੀਂ ਕੀਤੀ ਗਈ ਕਿਉਂਕਿ ਐਲਾਈਜ਼ਾ ਮਸ਼ੀਨ ਖਰਾਬ ਸੀ। ਪਿਛਲੇ ਦਿਨੀ HIV ਪੋਜ਼ਿਟਿਵ ਦਾ ਜਿਹੜਾ ਖੂਨ ਹੈ ਉਹ ਜਿਹੜੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਚੜਾ ਦਿੱਤਾ ਗਿਆ। ਵੱਡੀ ਇੱਕ ਮੰਦਭਾਗੀ ਖਬਰ ਹੈ ਤੇ ਇੱਕ ਪੰਜਾਬ ਸਰਕਾਰ ਦੇ ਸਵਾਸਥ ਵਿਭਾਗ ਦੇ ਉੱਤੇ, ਹੈਲਥ ਡਿਪਾਰਟਮੈਂਟ ਦੇ ਉੱਤੇ ਵੱਡਾ ਸਵਾਲ ਖੜਾ ਕਰਦੀ ਹੈ ਕਿ ਆਖਰਕਾਰ ਸਰਕਾਰੀ ਤੰਤਰ ਕਿੱਥੇ ਨੇ ਉਹ ਸਾਰੇ ਸਰਕਾਰੀ ਵਿਭਾਗ ਦੇ ਕਰਮਚਾਰੀ ਜਿਨ੍ਹਾਂ ਦੀ ਵੱਡੀ ਲਾਪਰਵਾਹੀ ਦੇ ਕਰਕੇ ਅੱਜ ਥੈਲੇਸੀਮੀਆ ਪੀੜਤ ਜਿਹੜੇ ਬੱਚੇ ਸੀਗੇ ਜਿਨ੍ਹਾਂ ਦੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ। ਪਰ ਇੱਕ ਇਹਦੇ ਵਿੱਚ ਤੁਹਾਨੂੰ ਅੱਜ ਦਾ ਅਪਡੇਟ ਅਸੀਂ ਇੱਕ ਹੋਰ ਦੇ ਦਈਏ ਕਿ ਜਿਹੜੀ ਐਲਾਈਜ਼ਾ ਮਸ਼ੀਨ ਹੈ ਜਿਹੜੀ ਕਿ ਬਲੱਡ ਨੂੰ ਜਾਂਚ ਕਰਦੀ ਹੈ, ਉਹ ਮਸ਼ੀਨ ਪਿਛਲੇ ਸਮੇਂ ਖਰਾਬ ਸੀ। ਅੱਜ ਉਹ ਮਸ਼ੀਨ ਜਿਹੜੀ ਹੈ ਹੁਣ ਦੱਸਿਆ ਗਿਆ SMO ਵੱਲੋਂ ਕਿ ਉਹ ਮਸ਼ੀਨ ਹੁਣ ਤਾਂ ਚੱਲ ਰਹੀ ਹੈ ਪਰ ਪਿਛਲੇ ਸਮੇਂ 'ਚ ਖਰਾਬ ਸੀ। ਯਾਨੀ ਜਦੋਂ ਮਸ਼ੀਨ ਖਰਾਬ ਸੀ ਤਾਂ ਇਸ ਕਰਕੇ ਉਹ ਖੂਨ ਦੀ ਜਾਂਚ ਨਹੀਂ ਕੀਤੀ ਗਈ। ਇਸੇ ਜਾਂਚ ਨਾ ਕਰਨ ਕਰਕੇ HIV ਪੋਜ਼ਿਟਿਵ ਜਿਹੜਾ ਡੋਨਰ ਸੀ ਉਹਦਾ ਖੂਨ ਇਹ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਚੜਾ ਦਿੱਤਾ ਗਿਆ। ਹੁਣ ਇਸ ਮਸਲੇ ਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ, ਜਾਂਚ ਰਿਪੋਰਟ ਜਾਂ ਜਾਂਚ ਕਮੇਟੀ ਜਿਹੜੀ ਬਣੀ ਹੋਈ ਹੈ ਉਹ ਕੀ ਕਾਰਵਾਈ ਕਰਦੀ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਬਠਿੰਡਾ ਦੇ SMO ਮਨਿੰਦਰਪਾਲ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਨੂੰ ਉਹਨੇ ਲਿਖ ਕੇ ਭੇਜਿਆ ਕਿ ਇਸ ਮਸਲੇ ਦੀ ਜਾਂਚ ਕਿਸੇ ਬਾਹਰੀ ਸਰਕਾਰੀ ਏਜੰਸੀ ਤੋਂ ਕਰਾਈ ਜਾਵੇ ਤਾਂ ਕਿ ਫਿਲਹਾਲ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸੰਧਿਆ ਤੇ ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਜਾਵੇਗਾ, ਜਿੱਥੇ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਕਰੇਗਾ। ਇਹ ਸਿੱਖ ਜੱਥਾ 27 ਨਵੰਬਰ ਤੋਂ 1 ਦਸੰਬਰ ਤੱਕ ਪਾਕਿਸਤਾਨ ਦੀ ਯਾਤਰਾ ਤੇ ਰਹੇਗਾ ਅਤੇ ਇਸ ਗੱਲ ਦੀ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਹੈ। Friends, welcome back. Now resuming the weekly briefing, I'll start with a few announcements. The first is on the 15th G20 Leaders Summit. At the invitation of His Majesty the King of Saudi Arabia, PM will be attending the 15th G20 Summit chaired by the Kingdom of Saudi Arabia under the theme Realizing the Opportunities of 21st Century for All. This summit will be on 21st and 22nd of November, and it will be held in a virtual format. The upcoming summit is the second G20 leaders meeting in 2020. You would recall that following the telephonic conversation between PM and the Crown Prince of Saudi Arabia, the last G20 Extraordinary Leaders Summit was held in March 2020, where the leaders developed a timely understanding among the G20 countries to help contain the spread of COVID-19 pandemic and to forge a global coordinated response. The focus of the upcoming G20 summit being held amid the COVID-19 pandemic
will be on an inclusive, resilient, and sustainable recovery from the COVID-19. During the G20 summit, the leaders will discuss pandemic preparedness and the ways and means to restore jobs. ਉਧਰ ਅੰਮ੍ਰਿਤਸਰ ਪੁਲਿਸ ਨੇ ਏਅਰਪੋਰਟ ਤੋਂ 2 ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੋਰੀ ਛਿਪੇ ਪੁਣੇ ਲੈ ਕੇ ਜਾ ਰਹੇ ਸਨ। ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਦੱਸਦੀ ਕਿ ਇਸ ਦੌਰਾਨ ਦੋਸ਼ੀਆਂ ਕੋਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਇਹਨਾਂ ਦੀ ਇਸ ਪਿੱਛੇ ਕੀ ਮਨਸ਼ਾ ਸੀ। ਇਹ 2 ਪੈਸੇਂਜਰ ਸੀ SpiceJet ਦੀ ਫਲਾਈਟ ਤੇ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਉਹਨਾਂ ਨੇ ਪੂਨੇ ਜਾਣਾ ਸੀ, ਜਾ ਰਿਹਾ ਸੀ। ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਅਟੈਚੀ ਵਿੱਚ ਗੁਰੂ ਗ੍ਰੰਥ ਸਾਹਿਬ ਪਾ ਕੇ ਲੈ ਕੇ ਜਾ ਰਹੇ। ਅਸੀਂ ਜਾ ਕੇ ਜਦੋਂ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਟੈਚੀ ਵਿੱਚੋਂ ਕਢਵਾ ਕੇ ਗੁਰੂ ਮਰਿਆਦਾ ਅਨੁਸਾਰ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਸੁਬੋਧਿਤ ਕਰ ਦਿੱਤਾ। ਉਸ ਤੋਂ ਬਾਅਦ ਅਸੀਂ SGPC ਨੂੰ ਇਨਫੋਰਮ ਕਰ ਦਿੱਤਾ। ਉਹ ਦੋਨਾਂ ਦੋਸ਼ੀਆਂ ਨੂੰ ਅਸੀਂ ਥਾਣੇ ਫੜ ਕੇ ਲਿਆਏ ਹਾਂ। ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ। ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਅਟੈਚੀ ਵਿੱਚ ਪਾ ਕੇ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਪੂਨੇ ਲਿਜਾਇਆ ਜਾ ਰਿਹਾ ਸੀ। ਉਸ ਸੰਬੰਧੀ ਸਿੰਘ ਸਾਹਿਬ ਜੀ ਨੇ ਸਾਨੂੰ ਕਾਰਵਾਈ ਕਰਨ ਵਾਸਤੇ ਭੇਜਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ। ਇਸ ਤਰ੍ਹਾਂ ਦਾ ਕੋਈ ਵੀ ਨਿਯਮ ਨਹੀਂ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਟੈਚੀ ਵਿੱਚ ਪਾ ਕੇ ਇਸ ਤਰ੍ਹਾਂ ਫਲਾਈਟ ਵਿੱਚ ਲੈ ਜਾਈਏ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਹੈ, ਬੇਅਦਬੀ ਹੈ। ਅਤੇ ਇਸ ਦੇ ਸੰਬੰਧ ਵਿੱਚ ਅੱਜ ਸਾਰੇ ਹੀ ਪ੍ਰਚਾਰਕ ਵੀਰ ਪੁਲਿਸ ਪ੍ਰਸ਼ਾਸਨ ਵਾਲੇ ਵੀਰਾਂ ਕੋਲ ਆਏ ਹਾਂ ਅਤੇ ਇਹਨਾਂ ਨੂੰ ਬੇਨਤੀ ਕਰਕੇ ਇਹਨਾਂ 'ਤੇ ਬਣਦੀ ਹੋਈ ਧਾਰਾ 295A ਲਾਉਣ ਦਾ ਯਤਨ ਕਰਾਂਗੇ। ਤੇ ਅਗਲੀ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੈ, ਜਿੱਥੋਂ ਦੇ ਪਿੰਡ ਬ੍ਰਾਹਮਣ ਮਾਜਰਾ ਦੇ ਵਿੱਚ ਇੱਕ ਨੌਜਵਾਨ ਦੀ ਰੇਲ ਇੰਜਣ ਦੀ ਚਪੇਟ ਵਿੱਚ ਆਉਣ ਕਰਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਇਸ ਨੌਜਵਾਨ ਨੇ ਆਪਣੇ ਕੰਨਾਂ ਵਿੱਚ ਹੈੱਡਫੋਨ ਲਗਾਏ ਹੋਏ ਸਨ, ਜਿਸ ਕਰਕੇ ਇਸ ਨੂੰ ਇੰਜਣ ਦੇ ਆਉਣ ਬਾਰੇ ਕੁਝ ਪਤਾ ਨਹੀਂ ਲੱਗਿਆ ਅਤੇ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਦੀ ਪਛਾਣ ਕੁਲਵਿੰਦਰ ਦੇ ਵਜੋਂ ਹੋਈ ਹੈ, ਜੋ ਕਿ ਘਰੋਂ ਬਾਜ਼ਾਰ ਦੇ ਵਿੱਚ ਕੁਝ ਖਰੀਦਦਾਰੀ ਕਰਨ ਗਿਆ ਸੀ। ਫਿਲਹਾਲ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪਰ ਇੱਥੇ ਵੱਡੀ ਲਾਪਰਵਾਹੀ ਦਾ ਇਹ ਮਾਮਲਾ ਜ਼ਰੂਰ ਦੇਖਣ ਨੂੰ ਮਿਲਿਆ ਕਿ ਕਿਵੇਂ ਇੱਕ ਛੋਟੀ ਜਿਹੀ ਲਾਪਰਵਾਹੀ ਦੇ ਕਰਕੇ ਇੱਕ ਨੌਜਵਾਨ ਨੇ ਆਪਣੀ ਜਾਨ ਗਵਾ ਲਈ ਹੈ। ਤੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਹੈੱਡਫੋਨਸ ਦੀ ਵਜ੍ਹਾ ਦੇ ਕਰਕੇ ਜਿਹੜੇ ਸੜਕ ਹਾਦਸੇ ਉਹ ਦੇਖਣ ਨੂੰ ਮਿਲੇ ਨੇ। ਤੇ ਕਈ ਇਸ ਤਰ੍ਹਾਂ ਦੇ ਵੀ ਨੌਜਵਾਨ ਜਾਂ ਫਿਰ ਇੱਦਾਂ ਦੇ ਲੋਕ ਹੁੰਦੇ ਨੇ ਜਿਹੜੇ ਹੈੱਡਫੋਨਸ ਲਗਾ ਕੇ ਰੇਲ ਟਰੈਕ ਦੇ ਨਜ਼ਦੀਕ ਚੱਲ ਰਹੇ ਹੁੰਦੇ ਨੇ, ਜਿਸ ਵਜ੍ਹਾ ਕਰਕੇ ਅਕਸਰ ਹਾਦਸੇ ਵਾਪਰ ਜਾਂਦੇ ਨੇ। ਸੋ ਲੋੜ ਹੈ ਧਿਆਨ ਦੇਣ ਦੀ। 27 ਸਾਲ ਦੀ ਉਮਰ ਸੀਗੀ ਤੇ ਬਾਅਦ ਵਿੱਚ ਕੁਲਵਿੰਦਰ ਸਿੰਘ ਕਿੱਥੇ ਰਹਿਣ ਵਾਲਾ? ਭੋਲਾ ਸਿੰਘ ਮੈਂ ਰਾਏਪੁਰ ਗੁਜਰਾਂ। 27 ਸਾਲ ਉਮਰ ਸੀਗੀ। ਅੱਛਾ ਜੀ। ਤੇ ਕਿੱਦਾਂ ਮੌਤ ਹੋਈ ਹੈ? ਕਿਸ ਤਰ੍ਹਾਂ ਮੌਤ ਹੈ ਜੀ? ਕਿਵੇਂ ਹੋਈ? ਕਿਵੇਂ ਮੌਤ ਕਿਵੇਂ ਹੋਈ ਹੈ ਜੀ? ਮੌਤ ਇਹ ਲਾਈਨਾਂ ਕ੍ਰੋਸ ਕਰਨ ਲੱਗਿਆ ਸੀਗਾ। ਅੱਛਾ ਜੀ। ਲਾਈਨਾਂ ਕ੍ਰੋਸ ਕਰਦੇ ਸਮੇਂ ਤੇ ਉਹ ਹੈੱਡਫੋਨ ਕੰਨਾਂ ਨੂੰ ਲਾਏ ਪਏ ਹੋਣੇ। ਮੈਂ ਹਾਰਨ ਮਾਰੇ, ਪਤਾ ਨਹੀਂ ਲੱਗਿਆ ਹੈਗਾ। ਅਚਾਨਕ ਸਰ ਟ੍ਰੇਨ ਸੀ ਕਿਵੇਂ ਕੀ ਸੀਗਾ? ਹਾਂਜੀ ਹੋਈ ਟ੍ਰੇਨ ਸੀਗੀ ਕਿ ਕੀ ਸੀਗੀ? ਇੰਜਨ ਸੀ? ਉਹ ਇੰਜਣ ਸੀਗਾ ਜੀ। ਖੁਦਕੁਸ਼ੀ ਦਾ ਮਾਮਲਾ ਇਹਨਾਂ ਦਾ ਨਾ ਕੋਈ ਅਫਸਰ ਆਪਣੇ ਜਿਹੜੇ ਲੈ ਕੇ ਜਾ ਰਹੇ ਹੁੰਦੇ ਨੇ ਅਫਸਰ, ਹਾਂਜੀ, ਉਹ ਆ ਰਿਹਾ ਸੀਗਾ ਇੱਧਰੋਂ ਡਾਊਨ ਲਾਈਨ 'ਤੇ ਖੰਨੇ ਸਾਈਡ ਤੋਂ ਸਾਧੂਗੜ੍ਹ ਸਾਈਡ ਨੂੰ ਜਾ ਰਿਹਾ। ਉਧਰ ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਦੀ ਇਹ ਅਹਿਮ ਬੈਠਕ ਹੋਈ, ਜਿਸ ਦੇ ਵਿੱਚ ਦੇਸ਼ ਭਰ ਤੋਂ ਕਿਸਾਨ ਆਗੂ ਸ਼ਾਮਲ ਹੋਏ। ਇਸ ਮੌਕੇ ਉੱਤੇ ਖੇਤੀ ਕਾਨੂੰਨਾਂ ਖਿਲਾਫ ਵਿੱਢੀ ਗਈ ਅਗਲੀ ਰਣਨੀਤੀ ਦੇ ਉੱਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਨੇ। ਮੀਟਿੰਗ ਤੋਂ ਬਾਅਦ ਕਿਸਾਨ ਲਾਈਵ ਹੋਈ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਦੱਸੀਏ ਕਿ ਰਾਸ਼ਟਰੀ ਕਿਸਾਨ ਸੰਘ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਜੋ ਕੀਤੀ ਗਈ ਸੀ, ਇਸ ਦੇ ਵਿੱਚ ਜਾਣਕਾਰੀ ਦਿੱਤੀ ਗਈ। ਦੇਸ਼ ਭਰ ਦੇ ਕਿਸਾਨ ਦਿੱਲੀ ਵੱਲ ਕੂਚ ਕਰਨ ਜਾ ਰਹੇ ਨੇ। ਇਸ ਬਾਬਤ ਜੋ ਜਾਣਕਾਰੀ ਦਿੱਤੀ ਗਈ ਹੈ, ਇਸੇ ਤਹਿਤ ਦੱਸੀਏ ਕਿ 26 ਤੇ 27 ਨਵੰਬਰ ਨੂੰ ਉਹਨਾਂ ਨੇ ਦਿੱਲੀ ਘੇਰਨ ਦੀ ਤਿਆਰੀ ਕਰ ਲਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਇਹ ਇਤਿਹਾਸਿਕ ਸੰਘਰਸ਼ ਹੋਵੇਗਾ, ਜਿਸ ਵੱਲ ਕਿਸਾਨ ਵੱਧ ਰਹੇ ਨੇ ਅਤੇ 500 ਕਿਸਾਨ ਸੰਗਠਨ ਇੱਕ ਸਾਥ ਹੋਣਗੇ ਤੇ ਇਸੇ ਦੌਰਾਨ ਸੰਘਰਸ਼ ਜਿਹੜਾ ਉਹ ਉਲੀਕਿਆ ਗਿਆ। ਦੇਸ਼ ਦੀਆਂ 500 ਕਿਸਾਨ ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲੀ ਇਹ ਇੱਕ 7 ਮੈਂਬਰੀ ਕਮੇਟੀ ਦੀ ਮੀਟਿੰਗ, ਜਿਹੜਾ ਦਿੱਲੀ ਚੱਲੋ ਪ੍ਰੋਗਰਾਮ ਕਿਸਾਨਾਂ ਨੇ 26-27 ਦਾ ਉਲੀਕਿਆ ਦੇਸ਼ ਪੱਧਰ ਦਾ, ਉਹਦੀ ਸਾਰੀ ਰੂਪਰੇਖਾ ਤੈਅ ਕਰਨ ਲਈ ਮੀਟਿੰਗ ਹੋਈ। ਮੀਟਿੰਗ ਵਿੱਚ ਅਸੀਂ ਤੈਅ ਕੀਤਾ ਵੀ ਕਿਸਾਨ ਸਾਰੇ
ਦਿੱਲੀ ਜਾਣਗੇ। ਜੇ ਸਰਕਾਰ ਕਿਸੇ ਤਰ੍ਹਾਂ ਰੋਕਦੀ ਹੈ ਤਾਂ ਫਿਰ ਅਸੀਂ ਉੱਥੇ ਹੀ ਬੈਠ ਜਾਵਾਂਗੇ, ਪਰ ਅੰਦੋਲਨ ਜਿਹੜਾ ਉਹ ਪੂਰਨ ਸ਼ਾਂਤਮਈ ਹੋਏਗਾ। ਉਹਦੇ ਲਈ ਡਿਊਟੀਆਂ ਲਾਈਆਂ ਗਈਆਂ। इस ऐतिहासिक एकता के तहत किसान एक ऐतिहासिक संघर्ष करने जा रहे हैं। जैसा आप जानते हैं, काफी समय से हम तमाम संगठनों ने मिलकर दिल्ली चलो का कॉल दिया है। 26 नवंबर एक ऐतिहासिक दिन है। 26 नवंबर वो दिन है जब इस देश के संविधान पे दस्तखत हुए थे। लागू हुआ था 26 जनवरी को, लेकिन संविधान बनने का दिवस है 26 नवंबर। उस 26 नवंबर को संविधान दिवस पे देश के सारे किसान देश की राजधानी में पहुंच के अपने संवैधानिक अधिकार की मांग करेंगे। ਉਧਰ ਲੰਬੀ ਦੇ ਵਿੱਚ ਕਣਕ ਮੰਡੀ ਤੇ ਖਰੀਦ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਦੱਸੀ ਕਿ ਇਸ ਨੂੰ ਲੈ ਕੇ ਮਲੋਟ ਲੰਬੀ ਹਾਈਵੇ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਤੇ ਕਿਸਾਨਾਂ ਵੱਲੋਂ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਜਾਮ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਖਰੀਦ ਨਾ ਹੋਣ ਦੇ ਇਲਜ਼ਾਮ ਲਗਾਏ ਗਏ ਨੇ ਅਤੇ ਉਹਨਾਂ ਨੇ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਸੋ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਿਸਾਨ ਸੰਘਰਸ਼ ਦੀ ਰਾਹ ਉੱਤੇ ਡਟੇ ਹੋਏ ਨੇ, ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਮੰਡੀਆਂ ਦੇ ਵਿੱਚ ਖਰੀਦ ਪ੍ਰਬੰਧਾਂ ਤੋਂ ਕਿਸਾਨ ਬਿਲਕੁਲ ਵੀ ਉਸ ਚੀਜ਼ ਨਾਲ ਸਹਿਮਤ ਨਹੀਂ ਹਨ। ਇਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ ਨੇ। ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਮਲੋਟ ਲੰਬੀ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਅਤੇ ਉਹਨਾਂ ਦੇ ਵੱਲੋਂ ਹਾਈਵੇ ਜਾਮ ਕਰ ਦਿੱਤਾ ਗਿਆ। ਉਹਨਾਂ ਨੇ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ। ਤੇ ਕੁਝ ਹੋਰ ਖਬਰਾਂ ਦਾ ਰੁਖ ਕਰਦੇ ਹਾਂ। ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਤੇ ਬਣੇ ਪੰਛੀ ਰੱਖ ਦੇ ਵਿੱਚ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਕਿਵੇਂ ਲੱਗੀਆਂ ਨੇ ਹਰੀਕੇ ਝੀਲ ਦੇ ਅਤੇ ਦਰਿਆਵਾਂ ਦੇ ਸੰਗਮ ਤੇ ਰੌਣਕਾਂ, ਆਓ ਦੇਖਦੇ ਹਾਂ ਇਸ ਖਾਸ ਰਿਪੋਰਟ। ਭਾਰਤ ਦੀਆਂ 94 ਪਸ਼ੂ ਪੰਛੀ ਰੱਖਾਂ ਚੋਂ ਹਰੀਕੇ ਪੱਤਨ ਤੇ ਬਣੀ ਹਰੀਕੇ ਬਰਡ ਸੈਂਚਰੀ ਆਪਣੇ ਆਪ 'ਚ ਇੱਕ ਵਿਲੱਖਣ ਜਗ੍ਹਾ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। 3 ਜ਼ਿਲ੍ਹਿਆਂ ਦੀਆਂ ਹੱਦਾਂ ਤੇ ਸਤਲੁਜ ਬਿਆਸ ਦਰਿਆਵਾਂ ਦੇ ਸੰਗਮ ਤੇ ਬਣੀ ਇਹ ਝੀਲ ਹਰ ਵਰੇ ਸ਼ਰਦ ਰੁੱਤ 'ਚ ਪ੍ਰਵਾਸੀ ਪੰਛੀਆਂ ਦੀ ਆਮਦ ਦਾ ਟਿਕਾਣਾ ਹੁੰਦੀ ਹੈ, ਜਿੱਥੇ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਇਹ ਪੰਛੀ ਸਾਈਬੇਰੀਆ ਅਤੇ ਰੂਸ ਵਰਗੇ ਮੁਲਕਾਂ ਤੋਂ ਸਰਦੀਆਂ ਦੀ ਰੁੱਤ ਭਾਰਤ 'ਚ ਕੱਟਣ ਲਈ ਆ ਜਾਂਦੇ ਹਨ। ਇਸ ਵਾਰ ਵੀ ਇਹ ਪ੍ਰਵਾਸੀ ਪੰਛੀ ਲੰਮਾ ਸਫ਼ਰ ਤੈਅ ਕਰਦੇ ਹਰੀਕੇ ਝੀਲ 'ਚ ਮਹਿਮਾਨ ਬਣ ਇਸ ਦੀ ਸੁੰਦਰਤਾ ਨੂੰ ਝਾਰ ਚੰਨ ਲਾ ਰਹੇ ਹਨ। ਦਰਿਆ 'ਚ ਤੈਰਦੇ ਅਤੇ ਅਟਖੇਲੀਆਂ ਕਰਦੇ ਇਹ ਪੰਛੀ ਮਨਮੋਹਕ ਵਾਤਾਵਰਣ ਸਿਰਜ ਦਿੰਦੇ ਨੇ, ਜਿਨ੍ਹਾਂ ਨੂੰ ਵੇਖ ਸੰਗਮ ਦਾ ਪੁਲ ਪਾਰ ਕਰਦੇ ਮੁਸਾਫਿਰ ਵੀ ਕੁਝ ਪਲ ਲਈ ਇਹਨਾਂ ਨੂੰ ਵੇਖਣ ਲਈ ਰੁਕ ਜਾਂਦੇ ਨੇ। ਇਸ ਬਾਰੇ ਹਰੀਕੇ ਦੇ ਵਣ ਰੇਂਜ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਪ੍ਰਵਾਸ ਕਰਕੇ ਆਉਣ ਵਾਲੇ ਇਹ ਪੰਛੀ ਰੂਸ, ਸਾਈਬੇਰੀਆ, ਕਜ਼ਾਕਿਸਤਾਨ ਅਤੇ ਚੀਨ ਤੋਂ ਆਉਂਦੇ ਨੇ। ਝੀਲ ਅਤੇ ਦਰਿਆਵਾਂ ਦੇ ਪਾਣੀਆਂ ਤੋਂ ਇਲਾਵਾ ਇਹ ਪੰਛੀ ਖੇਤਾਂ 'ਚ ਵੀ ਰੌਣਕਾਂ ਲਾ ਛੱਡਦੇ ਨੇ। ਹਰ ਸਾਲ ਹੀ ਇਹਨਾਂ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ। ਜੰਗਲੀ ਜੀਵ ਸੈਂਚਰੀ ਦਾ ਜਿਹੜਾ ਏਰੀਆ ਹੈ ਉਹ ਤਕਰੀਬਨ 86 ਸਕੁਅਰ ਕਿਲੋਮੀਟਰ ਹੈ। ਇਹ ਜਿਹੜਾ ਏਰੀਆ ਇਸ ਦਾ ਫਿਰੋਜ਼ਪੁਰ, ਕਪੂਰਥਲਾ, ਤਰਨਤਾਰਨ ਜਿਹੜੀਆਂ ਹੱਦਾਂ ਨਾਲ ਲੱਗਦਾ ਹੈ, ਜਿਹੜਾ ਜਿਸ ਗੱਲ ਕਰਕੇ ਮਸ਼ਹੂਰ ਹੈ ਵੀ ਇੱਥੇ ਸਤਲੁਜ ਤੇ ਬਿਆਸ ਦਾ ਜਿਹੜਾ ਸੰਗਮ ਹੁੰਦਾ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਜਦੋਂ ਆਪਣਾ ਸਰਦੀਆਂ ਦੇ ਮੌਸਮ ਇੱਥੇ ਆਉਂਦਾ, ਹਜ਼ਾਰਾਂ ਦੀ ਗਿਣਤੀ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਪ੍ਰਵਾਸੀ ਪੰਛੀ ਆ ਜਿਹੜੇ ਇੱਥੇ ਪਹੁੰਚ ਜਾਂਦੇ ਨੇ। ਤਕਰੀਬਨ ਸਤੰਬਰ ਅਕਤੂਬਰ ਵਿੱਚ ਉਹਨਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਤੇ ਮਾਰਚ ਦੇ ਮਹੀਨੇ ਤੱਕ ਜਿਹੜੇ ਆਪਣੇ ਪੰਛੀ ਜਿਹੜੇ ਆਪਣੇ ਇੱਥੇ ਰਹਿੰਦੇ ਨੇ। ਮੇਨ ਜਿਹੜਾ ਉਹਨਾਂ ਦਾ ਕਾਰਨ ਹੈਗਾ ਜਿਹੜਾ ਇੱਥੇ ਆਉਣ ਦਾ ਉਹ ਹੈਗਾ ਵੀ ਉਹ ਆਪਣੀ ਭੋਜਨ ਤੇ ਆਪਣੇ ਚੰਗਾ ਪ੍ਰਵਾਸ ਕਰਨ ਦੇ ਇੱਥੇ ਲੱਭਦੇ ਜਿਹੜਾ ਆਪਣੇ ਇੱਥੇ ਹਰੀਕੇ ਉਹਨਾਂ ਨੂੰ ਜਿਹੜਾ ਵਧੀਆ ਭੋਜਨ ਤੇ ਨੈਸਟਿੰਗ ਜਿਹੜੀ ਉਹਨਾਂ ਨੂੰ ਮਿਲ ਜਾਂਦੀ ਹੈ, ਇਸ ਕਰਕੇ ਉਹ ਆਪਣਾ ਇੱਥੇ ਰਹਿੰਦੇ ਨੇ ਤੇ ਫੀਡਿੰਗ ਉਹ ਨੈਚੁਰਲੀ ਆਪਣੀ ਸੈਂਚੁਰੀ ਏਰੀਆ ਦੇ ਵਿੱਚ ਕਰ ਲੈਂਦੇ ਨੇ ਤੇ ਆਪਣਾ ਮਾਰਚ ਵਿੱਚ ਦੇ ਸਮੇਂ ਦੇ ਵਿੱਚ ਆਪਣਾ ਵਾਪਸ ਚਲੇ ਜਾਂਦੇ ਨੇ। ਇਹ ਲਗਭਗ ਆਪਣਾ ਰਸ਼ੀਆ, ਸਾਈਬੇਰੀਆ, ਯੂਰਪ ਕੰਟਰੀ ਜਿਹੜੇ ਠੰਡੇ ਮੁਲਕ ਨੇ ਤਾਂ ਮਤਲਬ ਸਨੋ ਬਰਫ਼ ਜੰਮ ਜਾਂਦੀ ਜਿੱਥੇ ਉਹਨਾਂ ਦਾ ਮਤਲਬ ਫੂਡ ਤੇ ਜਿਹੜਾ ਉਹਨਾਂ ਦਾ ਰਹਿਣ ਬਸੇਰਾ ਬਾਅਦ 'ਚ ਔਖਾ ਹੋ ਜਾਂਦਾ ਤੇ ਹਜ਼ਾਰਾਂ ਦੀ ਕਿਲੋਮੀਟਰਾਂ ਦੇ ਵਿੱਚ ਹੀ ਆਪਣਾ ਜਿਹੜਾ ਸਫ਼ਰ ਤੈਅ ਕਰਕੇ ਜਿਹੜਾ ਆਪਣੇ ਇੱਥੇ ਪਹੁੰਚਦੇ ਨੇ। ਸਾਂਭ ਸੰਭਾਲ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਪ੍ਰੋਟੈਕਸ਼ਨ ਜਿੰਨੀ ਅਸੀਂ ਇਹਨਾਂ ਦੀ ਪ੍ਰੋਟੈਕਸ਼ਨ ਕਰਦੇ ਹਾਂ, ਜਿਹੜੀ ਦਿਨ ਰਾਤ ਗਸ਼ਤ ਕੀਤੀ ਜਾਂਦੀ ਹੈ ਮੇਰੇ ਸਟਾਫ ਵੱਲੋਂ, ਵਣ ਗਾਰਡਾਂ ਵੱਲੋਂ, ਡੇਲੀ ਵੇਜ ਵਰਕਰਾਂ ਵੱਲੋਂ
ਤੇ ਬਲਾਕ ਅਫਸਰ ਵੱਲੋਂ ਜਿਹੜੀ ਦਰਖਾਸਤ ਕੀਤੀ ਜਾਂਦੀ ਆ ਸਰਕਾਰੀ ਮੋਟਰ ਬੋਟਸ ਨੇ ਉਹਨਾਂ ਰਾਹੀਂ ਗਸ਼ਤ ਕੀਤੀ ਜਾਂਦੀ ਵੀ ਕੋਈ ਕਿਸੇ ਕਿਸਮ ਦਾ ਵੀ ਇਹਨਾਂ ਨੂੰ ਜਿਹੜਾ ਉਹ ਨੁਕਸਾਨ ਨਾ ਹੋਵੇ। ਅਗਰ ਸਾਨੂੰ ਕੋਈ ਨੁਕਸਾਨ ਕਰਦਾ ਜਾਂ ਸਾਡੀ ਇਹ ਧਿਆਨ 'ਚ ਵੀ ਆਉਂਦਾ ਉਹਦੇ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਂਦੀ ਹੈ। ਨਹੀਂ ਸੈਲਾਨੀ ਦੀ ਹਰ ਸਾਲ ਹੀ ਮਤਲਬ ਆਮਦ ਵੱਧ ਰਹੀ ਹੈ ਉਹਨਾਂ ਦੀ, ਜਿਵੇਂ ਜਿਵੇਂ ਮਤਲਬ ਹਰੀਕੇ ਵਾਈਲਡ ਸੈਂਚੁਰੀ ਦਾ ਨਾਮ ਚੱਲ ਰਿਹਾ ਤੇ ਉਵੇਂ ਉਵੇਂ ਆਪਣਾ ਸੈਲਾਨੀ ਹਰ ਸਾਲ ਹੀ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਪੰਛੀ ਦੇਖਣ ਲਈ। ਸਰਦ ਰੁੱਤ ਜਾਂਦਿਆਂ ਹੀ ਇਹ ਪ੍ਰਵਾਸੀ ਮਹਿਮਾਨ ਮੁੜ ਆਪਣੇ ਵਤਨਾਂ ਨੂੰ ਪਰਤ ਜਾਂਦੇ ਨੇ। ਇਸ ਤਰੀਕੇ ਮਾਝੇ ਮਾਲਵੇ ਦੁਆਬੇ ਦੇ ਇਸ ਸੰਗਮ ਤੇ ਪਵਾਦ ਅਤੇ ਹਿਮਾਲਿਆ ਦੇ ਪਾਣੀਆਂ ਨੂੰ ਸਾਂਭਦੀ ਇਹ ਝੀਲ ਸੱਚਮੁੱਚ ਹੀ ਪੰਜਾਬ ਦੇ ਵਾਤਾਵਰਣ ਵਿਰਸੇ ਦੀ ਅਮੀਰੀ 'ਚ ਵਾਧਾ ਕਰਦੀ ਹੈ। ਤਰਨਤਾਰਨ ਤੋਂ ਜਸਬੀਰ ਲੱਡੂ ਦੀ ਖਾਸ ਰਿਪੋਰਟ। ਇਸ ਵਕਤ ਦੀ ਅਹਿਮ ਖਬਰ ਦੀ ਵੱਲ ਕਰਦੇ ਹਾਂ ਪਟਿਆਲਾ ਤੋਂ ਖਬਰ, ਜਿੱਥੇ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਜੰਮ ਕੇ ਹੰਗਾਮਾ ਦੇਖਣ ਨੂੰ ਮਿਲਿਆ। ਦੁਕਾਨ ਦੇ ਬਾਹਰ ਦੋ ਧਿਰਾਂ ਦੇ ਵਿੱਚ ਖੂਨੀ ਝੜਪ ਹੋ ਗਈ। ਹੱਥੋਂ ਪਾਈ ਦੀ ਵੀਡੀਓ ਤੱਕ ਵਾਇਰਲ ਹੋ ਗਈ ਹੈ। ਪਟਿਆਲਾ ਦੇ ਲੀਲਾ ਭਵਨ ਮਾਰਕੀਟ ਦੇ ਵਿੱਚ ਮਾਮਲਾ ਸਾਹਮਣੇ ਆਇਆ, ਜਿੱਥੇ ਝੜਪ ਦੌਰਾਨ ਦੋ ਲੋਕ ਜ਼ਖਮੀ ਹੋ ਗਏ ਨੇ। ਸੋ ਪਾਰਕਿੰਗ ਨੂੰ ਲੈ ਕੇ ਇੱਥੇ ਜੰਮ ਕੇ ਹੰਗਾਮਾ ਦੇਖਣ ਨੂੰ ਮਿਲਿਆ। ਤਸਵੀਰਾਂ ਤੁਹਾਡੇ ਸਾਹਮਣੇ ਤੁਸੀਂ ਆਪ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਪਟਿਆਲਾ ਦੇ ਮਸ਼ਹੂਰ ਲੀਲਾ ਭਵਨ ਮਾਰਕੀਟ ਦੇ ਵਿੱਚ ਉਸ ਵਕਤ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਨੌਜਵਾਨਾਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਦੇ ਬਾਹਰ ਆਪਣੀ ਗੱਡੀ ਪਾਰਕਿੰਗ ਲਈ ਖੜੀ ਕੀਤੀ ਗਈ। ਦੁਕਾਨਦਾਰ ਵੱਲੋਂ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਦੋਹਾਂ ਧਿਰਾਂ 'ਚ ਹੱਥੋਂ ਪਾਈ ਸ਼ੁਰੂ ਹੋ ਗਈ। ਦੂਜੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਦੂਜੇ ਦੇ ਉੱਤੇ, ਅਤੇ ਇਸੇ ਦੀ ਵੀਡੀਓ ਵੀ ਜਿਹੜੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕੁਝ ਲੋਕ ਉਹਨਾਂ ਨੂੰ ਛੁਡਾਉਂਦੇ ਹੋਏ ਵੀ ਨਜ਼ਰ ਆਏ ਨੇ। ਪਰ ਇੱਥੇ ਹੱਥੋਂ ਪਾਈ ਆਪਸ ਦੇ ਵਿੱਚ ਇਹ ਇੱਕ ਦੂਜੇ ਨਾਲ ਹੁੰਦੇ ਰਹੇ। ਦੱਸਦੀਏ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਸੁਨਿਆਰੇ ਦੀ ਦੁਕਾਨ ਦੇ ਜੋ ਮਾਲਕ ਹੈ ਤੇ ਉਸ ਦੇ ਇਲਾਵਾ ਇੱਕ ਹੋਰ ਸ਼ਖਸ ਜਿਹੜਾ ਉਹ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਇਹਨਾਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਸੋ ਅਕਸਰ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਦੇਖਿਆ ਹੋਵੇਗਾ ਕਿ ਪਾਰਕਿੰਗ ਨੂੰ ਲੈ ਕੇ ਜਿੱਥੇ ਜਿਹੜੇ ਭੀੜ ਭਾੜ ਵਾਲੇ ਬਾਜ਼ਾਰ ਹੁੰਦੇ ਨੇ, ਪਾਰਕਿੰਗ ਨੂੰ ਲੈ ਕੇ ਉੱਥੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਅਕਸਰ। ਤੇ ਪਰ ਇਸ ਤਰ੍ਹਾਂ ਦੀਆਂ ਜੋ ਤਸਵੀਰਾਂ ਆਈਆਂ ਨੇ, ਕਿਵੇਂ ਸਹਿਣਸ਼ੀਲਤਾ ਦੀ ਕਮੀ ਦੇਖਣ ਨੂੰ ਮਿਲਿਆ ਕਿ ਹੱਥੋਂ ਪਾਈ ਤੱਕ ਗੱਲ ਜਾ ਪਹੁੰਚੀ। ਅਤੇ ਪਟਿਆਲਾ ਦੀਆਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ, ਲੀਲਾ ਭਵਨ ਮਾਰਕੀਟ ਦੇ ਵਿੱਚ ਇਹ ਹੰਗਾਮਾ ਉਸ ਵਕਤ ਹੋਇਆ ਜਦੋਂ ਕੁਝ ਨੌਜਵਾਨਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਦੇ ਬਾਹਰ ਆਪਣੀ ਗੱਡੀ ਪਾਰਕ ਕੀਤੀ ਤਾਂ ਦੁਕਾਨਦਾਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਹੰਗਾਮਾ ਇੰਨਾ ਕੁ ਜ਼ਿਆਦਾ ਵੱਧ ਗਿਆ ਕਿ ਤਕਰਾਰ ਜਿਹੜੀ ਇੰਨੀ ਵੱਧ ਗਈ ਕਿ ਆਪਸ ਦੇ ਵਿੱਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਤੇ ਇਸੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਦੋ ਲੋਕ ਜਿਹੜੇ ਜ਼ਖਮੀ ਹੋਏ ਨੇ, ਇੱਕ ਦੁਕਾਨ ਮਾਲਕ ਤੇ ਇੱਕ ਹੋਰ ਸ਼ਖਸ ਜਿਹੜਾ ਉਹ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ, ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਸੋ ਬਿਲਕੁਲ ਬਿਨਾਂ ਪੁਲਿਸ ਦੀ ਪਰਵਾਹ ਕੀਤੇ ਹੋਇਆਂ ਵੀ ਲੜਦੇ ਹੋਏ ਨਜ਼ਰ ਆਏ ਨੇ। ਉੱਥੇ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ, ਪਰ ਬਿਨਾਂ ਉਹਨਾਂ ਦੀ ਪਰਵਾਹ ਕੀਤੇ ਹੋਇਆਂ ਵੀ ਲੜਾਈ ਉਸੇ ਤਰ੍ਹਾਂ ਬਦਸਤੂਰ ਇਹਨਾਂ ਦੀ ਜਾਰੀ ਰਹੀ। ਮਾਮਲਾ ਇੰਨਾ ਕੁ ਜ਼ਿਆਦਾ ਵੱਧ ਗਿਆ। ਉੱਥੇ ਦੱਸਦੀਏ ਕਿ ਪੁਲਿਸ ਮੁਲਾਜ਼ਮ ਵੀ ਇਸ ਨੂੰ ਛੁਡਾਉਂਦੇ ਹੋਏ ਨਜ਼ਰ ਆਏ ਸਨ, ਪਰ ਜਦੋਂ ਗੱਲ ਨਹੀਂ ਬਣੀ ਤਾਂ ਉਸ ਤੋਂ ਬਾਅਦ ਇਹ ਮਾਮਲਾ ਕੁਝ ਜ਼ਿਆਦਾ ਹੀ ਵੱਧ ਗਿਆ ਤੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਵੀ ਆਰੰਭ ਕਰ ਦਿੱਤੀ ਗਈ ਹੈ। ਇਹ ਆਪਣੇ ਇੱਥੇ ਨੀਲਾ ਭਵਨ ਮਾਰਕੀਟ ਦੇ ਵਿੱਚ ਇੱਕ ਦੁਕਾਨ, ਜਿਊਲਰ ਦੀ ਦੁਕਾਨ ਆ, ਸਤਿਗੁਰੂ ਆਪੋ ਆਪ। ਉੱਥੇ ਪਾਰਕਿੰਗ, ਗੱਡੀ ਦੀ ਪਾਰਕਿੰਗ ਨੂੰ ਲੈ ਕੇ ਲੜਾਈ ਹੋਈ ਆ ਤੇ ਉਹਦੇ 'ਚ ਬੰਦੇ ਰਿੰਦਰਾ ਹਸਪਤਾਲ ਐਡਮਿਟ ਹੋਏ ਨੇ ਤੇ ਐਜ ਪਰ ਲਾ ਜੋ ਬਣਦਾ ਉਹ ਕਾਰਵਾਈ ਅਮਲ 'ਚ ਲੈਂਦੀ ਜਾ ਰਹੀ ਆ। ਕੌਣ ਐਡਮਿਟ ਹੋਈ, ਕਿਹੜੀ ਪਾਰਟੀ ਐਡਮਿਟ ਹੋਈ ਹੈ? ਸਤਿਗੁਰੂ ਆਪੋ ਆਪ ਜਿਊਲਰ ਦੇ ਜਿਹੜੇ ਓਨਰ ਨੇ ਮਾਨਵਪੁਰੀ ਤੇ ਮੰਨੂਪੁਰੀ, ਉਹ ਐਡਮਿਟ ਹੋਏ ਨੇ। ਉਹਨਾਂ ਦੀ ਸਟੇਟਮੈਂਟ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲੈਂਦੀ ਜਾਵੇ। ਉਹਦੇ ਭਦੌੜ ਦੇ ਵੱਡਾ ਚੌਂਕ ਦੇ ਵਿੱਚ ਇੱਕ ਦੁਕਾਨ ਨੂੰ ਲੈ ਕੇ ਨਗਰ ਕੌਂਸਲ ਅਤੇ ਕਿਸਾਨ ਮਜ਼ਦੂਰ ਆਗੂ ਆਪਸ ਦੇ ਵਿੱਚ ਉਲਝ ਪਏ ਨੇ। ਜਾਣਕਾਰੀ ਦੇ ਮੁਤਾਬਕ ਨਗਰ ਕੌਂਸਲ ਦੀ ਦੁਕਾਨ 'ਚ 30 ਸਾਲਾਂ ਤੋਂ ਰੇਹੜੀਆਂ ਲਾਉਣ ਵਾਲੇ ਗਰਮੀ ਸਰਦੀ ਦੇ ਵਿੱਚ ਉੱਠਦੇ ਬੈਠਦੇ ਨੇ। ਇਸ ਦੁਕਾਨ ਨੂੰ ਪਿਛਲੇ ਦਿਨੀ ਨਗਰ ਕੌਂਸਲ ਵੱਲੋਂ ਜਿੰਦਾ ਲਾ ਕੇ ਬੋਲੀ ਕਰਵਾਉਣ ਦੇ ਮਸਲੇ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਇਸ ਕਰਕੇ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਿਸਾਨ ਮਜ਼ਦੂਰ ਆਗੂਆਂ ਵਿਚਾਲੇ ਕਾਫੀ ਬਹਿਸਬਾਜ਼ੀ ਹੋਈ ਹੈ। ਇਸ ਉਪਰੰਤ ਕਿਸਾਨ ਮਜ਼ਦੂਰ ਆਗੂਆਂ ਨੇ ਦੁਕਾਨ ਦਾ ਜਿੰਦਾ ਤੋੜਨ ਦੀ ਧਮਕੀ ਦਿੱਤੀ, ਜਦਕਿ ਇਸ ਬਾਰੇ ਨਗਰ ਕੌਂਸਲ ਦਾ ਕਹਿਣਾ ਹੈ ਕਿ ਜੇ ਕਿਸੇ ਨੇ ਜਿੰਦਾ ਤੋੜਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ ਇਸੇ ਦੌਰਾਨ ਹਲਕਾ ਵਿਧਾਇਕ ਪਰਮਲ ਸਿੰਘ ਧੌਲਾ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਇਹ ਮਜ਼ਦੂਰ ਰੇਹੜੀ ਵਾਲਿਆਂ ਦੇ ਨਾਲ ਧੱਕਾ ਹੈ। ਜਿਹੜਾ ਮਸਲਾ ਹੈਗਾ, ਇਹ ਵੱਡੇ ਚੌਂਕ ਦੇ ਵਿੱਚ ਭਦੌੜ ਦੇ ਵਿੱਚ ਇੱਕ ਛੋਟੀ ਜੀ ਦੁਕਾਨ ਹੈਗੀ ਆ, ਜਿਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਤਕਰੀਬਨ 30-35 ਸਾਲ ਤੋਂ ਰੇਹੜੀਆਂ ਵਾਲੇ, ਰਿਕਸ਼ਾ ਰੇਹੜੀਆਂ ਵਾਲੇ ਜਿਹੜੇ ਹੈਗੇ ਉੱਥੇ ਬੈਠਦੇ ਸੀਗੇ।
ਔਰ ਕੋਈ ਵੀ ਇੱਥੇ ਈਓ ਆਇਆ ਹੈਗਾ ਜਾਂ ਕੋਈ ਵੀ ਇੱਥੇ ਪ੍ਰਧਾਨ ਰਿਹਾ ਹੈਗਾ ਕਿਸੇ ਵੀ ਸਰਕਾਰ ਦੇ ਵਿੱਚ, ਉਹ ਹਮੇਸ਼ਾ ਉੱਥੇ ਬੈਠਦੇ ਰਹੇ ਨੇਗੇ, ਪਰ ਕਿਸੇ ਨੇ ਵੀ ਉਹਨਾਂ ਤੇ ਕਿਸੇ ਨੇ ਦਖਲਅੰਦਾਜ਼ੀ ਨਹੀਂ ਕੀਤੀ, ਕਿਸੇ ਨੇ ਉਹਨਾਂ ਨੂੰ ਉਠਾਇਆ ਨਹੀਂ। ਪਰ ਪਿਛਲੇ ਦਿਨੀ ਇੱਕਦਮ ਜਿਹੜਾ ਹੈਗਾ ਪਤਾ ਲੱਗਦਾ ਹੈਗਾ ਕਿ ਵੀ ਉਸ ਦੁਕਾਨ ਨੂੰ ਜਿੰਦਾ ਲਾ ਦਿੱਤਾ ਜਾਂਦਾ ਗਾ ਔਰ ਇਹ ਰੇਹੜੀ ਵਾਲਿਆਂ ਨੂੰ, ਜਿਹੜੇ ਰਿਕਸ਼ਾ ਰੇਹੜੀ ਵਾਲਿਆਂ ਨੂੰ ਉੱਥੋਂ ਦੀ ਮਤਲਬ ਹਟਾ ਦਿੱਤਾ ਜਾਂਦਾ ਗਾ। ਸੋ ਉਹਨਾਂ ਦੀ ਜਿਹੜੀ ਬੇਨਤੀ ਆਈ ਸੀ, ਦਰਖਾਸਤ ਆਈ ਸੀ ਕਿ ਸੋ ਉਸ ਨੂੰ ਲੈ ਕੇ ਮੈਂ ਵੀ ਕੁਝ ਦਿਨ ਪਹਿਲਾਂ ਇੱਥੇ ਈਓ ਸਾਹਿਬ ਨੂੰ ਮਿਲਿਆ ਸੀਗਾ ਔਰ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਵੀ ਕਾਫੀ ਲੰਮੇ ਸਮੇਂ ਤੋਂ ਇੱਥੇ ਜਿਹੜੇ ਇਹ ਬੈਠੇ ਹੈਗੇ ਨੇ ਔਰ ਆਪਣਾ ਗੁਜ਼ਾਰਾ ਜਿਹੜਾ ਕਰ ਰਹੇ ਨੇ, ਤੁਸੀਂ ਜਿਹੜੀ ਵੀ ਕੋਈ ਸਰਕਾਰੀ ਫੀਸ ਬਣਦੀ ਹੈਗੀ ਆ ਤੁਸੀਂ ਇਹਨਾਂ ਤੋਂ ਬਣਦੀ ਫੀਸ ਆ ਜਿਹੜੀ ਉਹ ਲੈ ਲਓ, ਪਰ ਇਹਨਾਂ ਨੂੰ ਇੱਥੋਂ ਦੀ ਉਠਾਓ ਨਾ। ਜਿਹੜੀ ਰੇਹੜੀ ਵਾਲੇ ਉੱਥੇ ਪਿਛਲੇ 10-12 ਸਾਲਾਂ ਤੋਂ ਉਹਨੂੰ ਯੂਜ਼ ਕਰ ਰਹੇ ਸੀ, ਬਟ ਸਰਕਾਰ ਦੀਆਂ ਹਦਾਇਤਾਂ 'ਤੇ ਅਸੀਂ ਉਹਨੂੰ ਖਾਲੀ ਕਰਵਾਇਆ, ਬਕਾਇਦਾ ਪ੍ਰੋਸੈਸ ਦੇ ਤਾਬੇ ਮਤਾ ਪਾਇਆ ਗਿਆ, ਮਤੇ ਤੋਂ ਬਾਅਦ ਅਖਬਾਰਾਂ 'ਚ ਐਡ ਦਿੱਤੀ ਗਈ, ਉਸ ਤੋਂ ਬਾਅਦ ਇਹਨੂੰ ਕਿਰਾਏ 'ਤੇ ਚਾੜਿਆ ਗਿਆ ਤੇ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਵਿੱਚੋਂ ਕੁਝ MC ਨੇ, ਸਾਬਕਾ MC ਨੇ ਜਿਹੜੇ, ਉਹ ਇਹਨਾਂ ਨੂੰ ਹੱਲਾਸ਼ੇਰੀ ਦੇ ਕੇ ਭੜਕਾ ਕੇ ਇੱਥੇ ਧਰਨਾ ਲਾਇਆ ਇਹਨਾਂ ਨੇ। ਇਹ ਬਿਲਕੁਲ ਗਲਤ ਕਰ ਰਹੇ ਨੇ। ਦੇਖੋ ਸਾਡੀ ਪ੍ਰਾਪਰਟੀ ਸੀਗੀ, ਅਸੀਂ ਛਡਵਾ ਲਈ ਤੇ ਉਹਨੂੰ ਕਿਰਾਏ 'ਤੇ ਦਿੱਤਾ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇੰਨੀ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾਉਣ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਰੇਲਾਂ ਦੀ ਆਵਾਜਾਈ ਬਹਾਲ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਿਆ ਸਮਾਂ, ਸੰਕਟ ਨੂੰ ਸੁਲਝਾਉਣ ਲਈ ਫਰਾਖਦਿਲੀ ਅਤੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ। ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਮਾਸੂਮਾਂ ਨੂੰ HIV ਪੋਜ਼ਿਟਿਵ ਖੂਨ ਚੜਾਉਣ ਦਾ ਮਾਮਲਾ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਸਖਤ ਕਾਰਵਾਈ। 26 ਨਵੰਬਰ ਤੱਕ ਡਾਇਰੈਕਟਰ ਨੂੰ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼। ਫਾਸਟ ਨਿਊਜ਼ ਦੀ ਖਬਰ ਦਾ ਵੱਡਾ ਅਸਰ। ਕੰਨਾਂ 'ਚ ਹੈੱਡਫੋਨ ਲਗਾਉਣਾ ਪਿਆ ਮਹਿੰਗਾ। ਰੇਲ ਇੰਜਣ ਦੀ ਚਪੇਟ ਵਿੱਚ ਆਉਣ ਦੇ ਨਾਲ ਨੌਜਵਾਨ ਦੀ ਹੋਈ ਮੌਤ। ਬਾਜ਼ਾਰ ਖਰੀਦਦਾਰੀ ਕਰਨ ਗਿਆ ਸੀ ਕੁਲਵਿੰਦਰ। ਫਤਿਹਗੜ੍ਹ ਸਾਹਿਬ ਦੇ ਪਿੰਡ ਬ੍ਰਾਹਮਣ ਮਾਜਰਾ ਦੇ ਵਿੱਚ ਵਾਪਰਿਆ ਹਾਦਸਾ। ਪਹਿਲੀ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਦੀ ਸੰਧਿਆ ਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਜਾਵੇਗਾ ਪਾਕਿਸਤਾਨ। ਨਵੰਬਰ 27 ਤੋਂ 1 ਦਸੰਬਰ ਤੱਕ ਕਰੇਗਾ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਹੀ ਨਹੀਂ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastway.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।